Hello everyone, today we will start next part of chapter 7 human environment, settlement, transport and communication। देखो बच्चों ਆਪਾਂ ਪਹਿਲਾਂ ਇਸ ਲੈਸਨ ਦੇ ਸੈਟਲਮੈਂਟ ਬਾਰੇ ਪੜ੍ਹ ਚੁੱਕੇ ਹਾਂ। ਹੁਣ ਆਪਾਂ ਟਰਾਂਸਪੋਰਟ ਬਾਰੇ ਪੜ੍ਹਾਂਗੇ, ਰੀਡ ਕਰਾਂਗੇ। ਇਸ ਦੇ ਵਿੱਚ ਟਰਾਂਸਪੋਰਟ ਕੀ ਹੈ ਇਸ ਦੇ ਬਾਰੇ ਪੜ੍ਹਾਂਗੇ। ਟਰਾਂਸਪੋਰਟ ਇਜ਼ ਦਾ ਮੀਨ ਬਾਈ ਵਿਚ ਪੀਪਲ ਐਂਡ ਗੁੱਡਸ ਮੂਵ। ਟਰਾਂਸਪੋਰਟ ਪਰਿਵਾਹਨ ਕਹਿ ਦਿੰਦੇ ਹਾਂ ਇਸ ਨੂੰ ਆਪਾਂ। ਇੱਕ ਇੱਦਾਂ ਦੇ ਸਾਧਨ ਨੇ ਜਿਸ ਦੇ ਦੁਆਰਾ ਲੋਕਾਂ ਅਤੇ ਹੋਰ ਵਸਤੂਆਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲਿਜਾਇਆ ਜਾ ਸਕਦਾ ਹੈ। ਇਸ ਦੇ ਵਿੱਚ ਕੀ ਆ, ਪਹਿਲੇ ਸਮਿਆਂ ਦੇ ਵਿੱਚ, ਪੁਰਾਣੇ ਸਮਿਆਂ ਦੇ ਵਿੱਚ ਕੀ ਸੀਗਾ, ਜੋ ਅਰਲੀ ਡੇਜ਼ ਸੀ ਉਹਨਾਂ ਦੇ ਵਿੱਚ ਕੀ ਆ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣ ਲਈ ਕਾਫੀ ਦਿੱਕਤ, ਕਾਫੀ ਡਿਫੀਕਲਟੀਜ਼ ਦਾ ਸਾਹਮਣਾ ਕਰਨਾ ਪੈਂਦਾ ਸੀ, ਕਿਉਂਕਿ ਉਸ ਸਮੇਂ ਕੋਈ ਵੀ ਟਰਾਂਸਪੋਰਟ ਦੇ ਸਾਧਨ ਨੇ ਉਹ ਇੰਨੇ ਡਿਵੈਲਪ ਨਹੀਂ ਸੀਗੇ। ਇਨਵੈਂਸ਼ਨ ਆਫ ਵੀਲ, ਜਦੋਂ ਵੀ ਵੀਲ ਦੀ ਪਹੀਏ ਦੀ ਖੋਜ ਹੋਈ, ਇਸ ਦੇ ਨਾਲ ਕੀ ਆ, ਮੇਡ ਟਰਾਂਸਪੋਰਟ ਈਜ਼ੀਅਰ, ਇਸ ਦੇ ਨਾਲ ਟਰਾਂਸਪੋਰਟ ਨੂੰ ਬਹੁਤ ਜ਼ਿਆਦਾ ਸੌਖਾ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਅੱਜ ਦੇ ਸਮੇਂ ਦੇ ਵਿੱਚ ਵੀ ਆਪਾਂ ਟਰਾਂਸਪੋਰਟ ਚਾਹੇ ਜਿੰਨੀ ਵੀ ਡਿਵੈਲਪ ਹੋ ਗਈ ਹੋਵੇ, ਪਰ ਅੱਜ ਦੇ ਸਮੇਂ ਵਿੱਚ ਵੀ ਕੁਝ ਲੋਕ ਐਨੀਮਲ ਫॉर ਟਰਾਂਸਪੋਰਟ ਉਸ ਦਾ ਯੂਜ਼ ਕਰਦੇ ਆ, ਮਤਲਬ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣ ਦੇ ਲਈ, ਠੀਕ ਹੈ, ਲੋਕ ਐਨੀਮਲਸ ਦਾ ਸਹਾਰਾ ਲੈਂਦੇ ਆ। ਉਹ ਟਰਾਂਸਪੋਰਟ ਦੇ ਸਾਧਨਾਂ ਦੇ ਤੌਰ 'ਤੇ ਉਸ ਨੂੰ ਯੂਜ਼ ਕਰਦੇ ਨੇ। ਕਈ ਕੰਟਰੀ ਦੇ ਵਿੱਚ ਜੋ ਡੰਕੀ ਨੇ, ਮੋਲਸ ਨੇ, ਬੋਲੌਕ ਨੇ, ਕੈਮਲ ਨੇ ਜਾਂ ਹੋਰ ਵੀ ਕਈ ਜਾਨਵਰ ਨੇ, ਉਹਨਾਂ ਨੂੰ ਆਵਾਜਾਈ ਦੇ ਸਾਧਨਾਂ ਦੇ ਤੌਰ 'ਤੇ ਵਰਤਦੇ ਆ, ਠੀਕ ਹੈ। ਪਰ ਜੇਕਰ ਅੱਜ ਦੇ ਸਮੇਂ ਗੱਲ ਕਰੀਏ, ਇਸ ਤੋਂ ਇਲਾਵਾ ਪੁਰਾਣੇ ਸਮਿਆਂ ਦੇ ਵਿੱਚ ਕੀ ਸੀਗਾ, ਜੋ ਕੁਛ ਟਰੇਡਰ ਸੀਗੇ, ਵਪਾਰੀ ਸੀਗੇ, ਠੀਕ ਹੈ, ਆਰਲੀ ਟਰੇਡਰ ਫਰੋਮ ਅਦਰ ਕੰਟਰੀ ਯੂਜ਼ ਟੂ ਟੇਕ ਸੈਵਰਲ ਮੰਥ ਟੂ ਰੀਚ ਇੰਡੀਆ। ਉਹਨਾਂ ਨੂੰ ਇੰਡੀਆ ਪਹੁੰਚਣ ਦੇ ਲਈ ਕਾਫੀ ਸਮਾਂ, ਕਈ ਮਹੀਨੇ ਲੱਗ ਜਾਂਦੇ ਸੀ, ਕਿਉਂਕਿ ਉਸ ਸਮੇਂ ਕੀ ਆ, ਆਵਾਜਾਈ ਦੇ ਸਾਧਨ ਇੰਨੇ ਡਿਵੈਲਪ ਨਹੀਂ ਹੋਏ ਸੀਗੇ, ਵਿਕਸਿਤ ਨਹੀਂ ਹੋਏ, ਠੀਕ ਹੈ। ਤਾਂ ਹੀ ਉਹਨਾਂ ਨੂੰ ਇੰਡੀਆ ਪਹੁੰਚਣ ਦੇ ਲਈ ਕਾਫੀ ਟਾਈਮ ਲੱਗਦਾ ਸੀਗਾ। ਜਾਂ ਤਾਂ ਉਹ ਧਰਤੀ ਦੇ ਥਰੂ ਪਹੁੰਚਦੇ ਸੀ ਇੰਡੀਆ, ਠੀਕ ਹੈ, ਲੈਂਡ ਰੂਟ ਦੇ ਥਰੂ ਪਹੁੰਚਦੇ ਸੀ, ਜਾਂ ਫਿਰ ਸੀ ਰੂਟ ਦੇ ਥਰੂ, ਸਮੁੰਦਰ ਦੇ ਰਸਤੇ ਰਾਹੀਂ ਉਹ ਇੰਡੀਆ ਪਹੁੰਚਦੇ ਸੀ। ਪਰ ਅੱਜ ਦੇ ਸਮੇਂ ਜਿਹੜੇ ਐਰੋਪਲੇਨ ਨੇ, ਐਰੋਪਲੇਨਸ ਹੈਵ ਮੇਡ ਟਰੈਵਲ ਫਾਸਟ। ਉਹਨਾਂ ਨੇ ਜਿਹੜੇ ਇਸ ਆਵਾਜਾਈ ਦੇ ਸਾਧਨਾਂ ਦੇ ਵਿੱਚ ਐਰੋਪਲੇਨ ਨੇ, ਉਹਨਾਂ ਨੇ ਜਿਹੜੀ ਆਹ ਬਹੁਤ ਲੰਮੀ ਦੂਰੀ ਦਾ ਰਸਤਾ ਹੈ, ਡਿਸਟੈਂਸ ਨੂੰ ਕਾਫੀ ਤੇਜ਼ੀ ਦੇ ਨਾਲ ਉਹ ਕਵਰ ਕਰ ਸਕਦੇ ਆ। ਫੋਰ ਐਗਜ਼ਾਮਪਲ ਇਹਨਾਂ ਨੇ ਦਿੱਤਾ ਹੋਇਆ ਇੱਥੇ 6 ਤੋਂ 8 ਘੰਟਿਆਂ ਦੇ ਵਿੱਚ ਉਹ ਇੰਡੀਆ ਤੋਂ ਯੂਰਪ ਤੱਕ ਪਹੁੰਚ ਸਕਦੇ ਹਾਂ ਆਪਾਂ ਬਾਏ ਏਅਰਵੇਜ਼, ਠੀਕ ਹੈ। ਇਸ ਨੂੰ ਆਪਾਂ ਮਾਡਰਨ ਜ਼ਮਾਨੇ ਦਾ, ਅੱਜ ਦੇ ਸਮੇਂ ਦਾ, ਠੀਕ ਹੈ, ਕਾਫੀ ਫਾਸਟ ਸਾਧਨ ਕਹਿ ਸਕਦੇ, ਜਿਹੜਾ ਕਿ ਸਾਡਾ ਟਾਈਮ ਵੀ ਬਚਾਉਂਦਾ ਅਤੇ ਸਾਡੀ ਐਨਰਜੀ ਵੀ ਬਚਾਉਂਦਾ। ਹੁਣ ਨੈਕਸਟ ਪੇਜ 'ਤੇ ਚੱਲਦੇ ਹਾਂ। ਦਾ 4 ਮੇਜਰ ਮੀਨਸ ਆਫ ਟਰਾਂਸਪੋਰਟ ਆਰ ਰੋਡਵੇਜ਼, ਰੇਲਵੇਜ਼, ਵਾਟਰਵੇਜ਼ ਐਂਡ ਏਅਰਵੇਜ਼। ਜਿਹੜੇ ਆਵਾਜਾਈ ਦੇ ਸਾਧਨ ਨੇ ਟਰਾਂਸਪੋਰਟ ਦੇ ਥਰੂ, ਇਹਦੇ 4 ਨੇ ਮੇਨ, ਠੀਕ ਹੈ। ਇੱਕ ਤਾਂ ਹੈ ਰੋਡਵੇਜ਼, ਠੀਕ ਹੈ, ਰੇਲਵੇ, ਵਾਟਰਵੇ ਅਤੇ ਏਅਰਵੇ। ਹੁਣ ਇਹਨਾਂ ਦੇ ਬਾਰੇ ਆਪਾਂ ਇਕੱਲੇ ਦੇ ਬਾਰੇ ਪੜ੍ਹਾਂਗੇ। ਪਹਿਲਾਂ ਆਪਾਂ ਰੇਲਵੇ ਦੀ ਗੱਲ ਕਰਦੇ ਹਾਂ, ਪਹਿਲਾਂ ਆਪਾਂ ਰੋਡਵੇਜ਼ ਦੀ ਗੱਲ ਕਰਦੇ ਹਾਂ। ਰੋਡਵੇਜ਼ ਦੇ ਵਿੱਚ ਕੀ ਹੈ, ਰੋਡਵੇਜ਼ ਮਤਲਬ ਸੜਕਾਂ ਨੇ, ਜੋ ਸੜਕਾਂ ਦੇ ਨਾਲ ਆਪਾਂ ਇੱਕ ਦੂਜੇ ਸ਼ਹਿਰ ਦੇ ਨਾਲ, ਇੱਕ ਪਿੰਡ ਦੇ ਨਾਲ ਡੋਰ ਟੂ ਡੋਰ ਜੁੜੇ ਹੋਏ ਹਾਂ, ਉਹ ਆਪਾਂ ਰੋਡਵੇਜ਼ ਦੇ ਵਿੱਚ ਲੈ ਆਉਂਦੇ ਹਾਂ। ਰੋਡਵੇਜ਼ ਕੀ ਨੇ, ਇਹ ਕਾਮਨਲੀ ਯੂਜ਼ ਕੀਤੇ ਜਾਂਦੇ ਨੇ। ਦਾ ਮੋਸਟ ਕਾਮਨਲੀ ਯੂਜ਼ਡ ਮੀਨ ਆਫ ਟਰਾਂਸਪੋਰਟ ਸਪੈਸ਼ਲੀ ਫਾਰ ਸ਼ਾਰਟ ਡਿਸਟੈਂਸਿਸ ਆਰ ਰੋਡ। ਥੋੜ੍ਹੀ ਦੂਰੀ ਦੇ ਲਈ ਜੋ ਆਪਾਂ ਵਰਤੋਂ ਕਰਦੇ ਹਾਂ ਜਿਸ ਚੀਜ਼ ਦੀ, ਉਹ ਆਪਾਂ ਰੋਡ ਟਰਾਂਸਪੋਰਟ ਦੀ, ਰੋਡਵੇਜ਼ ਦੀ ਵਰਤੋਂ ਕਰਦੇ ਹਾਂ। ਰੋਡਵੇਜ਼ ਜਿਹੜੇ ਆਹ ਰੋਡ ਨੇ, ਰਸਤੇ ਨੇ, ਠੀਕ ਹੈ, ਇਹ 2 ਤਰ੍ਹਾਂ ਦੇ ਨਾਲ ਆਪਾਂ ਇਹਨੂੰ ਕਰ ਸਕਦੇ ਹਾਂ, ਕੰਪੈਰੀਜ਼ਨ ਕਹਿ ਲਓ, ਜਾਂ ਫਿਰ ਇਹਨਾਂ ਨੂੰ ਟਾਈਪਸ ਕਹਿ ਲਓ ਇਹਨਾਂ ਦੀਆਂ। ਇੱਕ ਮੈਟਾਲਟਡ, ਦੂਸਰਾ ਅਨਮੈਟਾਲਟਡ, ਠੀਕ ਹੈ। ਇੱਕ ਮਤਲਬ ਕੱਚੇ ਰਸਤੇ ਅਤੇ ਦੂਸਰੇ ਪੱਕੇ ਰਸਤੇ। ਮੈਟਾਲਟਡ ਹੁੰਦਾ ਪੱਕਾ ਲਿਖਿਆ ਇੱਥੇ, ਪੱਕੀਆਂ ਸੜਕਾਂ ਨੇ। ਕੁਝ ਅਨਮੈਟਾਲਟਡ ਮਤਲਬ ਕੱਚੇ ਰਸਤੇ ਨੇ ਆਪਣੇ, ਜੋ ਅਜੇ ਤੱਕ ਪੱਕੇ ਨਹੀਂ ਹੋਏ। ਇਹ 2 ਤਰ੍ਹਾਂ ਦੇ ਰੋਡਵੇਜ਼ ਆਪਾਂ ਨੂੰ ਮਿਲ ਸਕਦੇ ਆ ਇੰਡੀਆ ਦੇ ਵਿੱਚ ਜਾਂ ਹੋਰ ਵੀ ਜਗ੍ਹਾ 'ਤੇ। ਰੋਡ ਜਿਹੜੇ ਨੇ ਆ ਕਿਤੇ ਵੀ ਬਣਾਏ ਜਾ ਸਕਦੇ ਨੇ, ਠੀਕ ਹੈ। ਇਹਨਾਂ ਦੇ ਵਿੱਚ ਰੋਡ ਹੈਵ ਆਲਸੋ ਬੀਨ ਬਿਲਡ ਇਨ ਟੈਰਨ ਲਾਈਕ ਡੈਜ਼ਰਟ, ਫੋਰੈਸਟ ਐਂਡ ਈਵਨ ਹਾਈ ਮਾਊਂਟੇਨ, ਠੀਕ ਹੈ। ਜਿਹੜੇ ਰੋਡ ਨੇ ਆਪਾਂ ਨੂੰ, ਰਸਤੇ ਨੇ, ਆਹ ਕੱਚੇ ਪੱਕੇ ਰਸਤੇ ਨੇ, ਚਾਹੇ ਜਿਹੋ ਜਿਹੀ ਮਰਜ਼ੀ ਧਰਤੀ ਹੋਵੇ, ਕਿਸੇ ਦਾ ਮਰਜ਼ੀ ਇਲਾਕਾ ਹੋਵੇ, ਚਾਹੇ ਉਹ ਡੈਜ਼ਰਟ ਹੋਣ, ਠੀਕ ਹੈ, ਫੋਰੈਸਟ ਹੋਣ, ਜਾਂ ਫਿਰ ਹਾਈ ਮਾਊਂਟੇਨ, ਉੱਚੇ ਉੱਚੇ ਪਹਾੜ ਹੋਣ, ਉੱਥੇ ਆਪਾਂ ਰੋਡ
ਬਣਾ ਸਕਦੇ ਹਾਂ, ਕੱਚੇ ਪੱਕੇ ਆਪਾਂ ਨੂੰ ਰੋਡ ਮਿਲ ਸਕਦੇ ਆ। ਇੱਕ ਇੱਥੇ ਐਗਜ਼ਾਮਪਲ ਦੇ ਤੌਰ 'ਤੇ ਮਨਾਲੀ ਲੇਹ ਹਾਈਵੇ ਇਨ ਦਾ ਹਿਮਾਲयन ਮਾਊਂਟੇਨ ਇਜ਼ ਵਨ ਆਫ ਦਾ ਹਾਈਐਸਟ ਰੋਡਵੇਜ਼ ਇਨ ਦਾ ਵਰਲਡ। ਠੀਕ ਹੈ, ਜਿਹੜਾ ਮਨਾਲੀ ਤੋਂ ਲੇਹ ਤੱਕ ਦਾ ਰਸਤਾ ਹੈ, ਹਾਈਵੇ ਆ, ਉਹ ਹਿਮਾਲਿਆ ਪਰਬਤਾਂ ਦੇ ਵਿੱਚ ਬਣਿਆ ਹੋਇਆ ਦੁਨੀਆ ਦਾ ਸਭ ਤੋਂ ਉੱਚਾ ਰੋਡਵੇਜ਼ ਹੈ ਆਪਣੇ ਮਨਾਲੀ ਲੇਹ। ਇਸ ਨੂੰ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲੈਣਾ, ਅੰਡਰਲਾਈਨ ਕਰ ਲੈਣਾ ਆਪਣੀ ਪੈਨਸਿਲ ਦੇ ਉੱਪਰ। ਇਸ ਤੋਂ ਇਲਾਵਾ ਕੁਝ ਆਪਣੀ ਜ਼ਿਆਦਾਤਰ ਪਾਪੂਲੇਸ਼ਨ ਹੋਣ ਦੇ ਨਾਲ ਜਾਂ ਫਿਰ ਟ੍ਰੈਫਿਕ ਜਾਮ ਦੇ ਕਰਕੇ ਆਪਣੇ ਜੋ ਕੁਝ ਰੋਡ ਬਿਲਡ ਅੰਡਰਗਰਾਊਂਡ ਆਰ ਕਾਲਡ ਸਬਵੇ, ਅੰਡਰਪਾਥ, ਫਲਾਈਓਵਰ ਆਰ ਬਿਲਡ ਓਵਰ ਰੇਲ ਸਟਰਕਚਰ। ਕੁਝ ਜ਼ਿਆਦਾ ਪਾਪੂਲੇਸ਼ਨ ਦੇ ਕਰਕੇ ਜਾਂ ਟ੍ਰੈਫਿਕ ਜਾਮ ਦੇ ਕਰਕੇ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕੁਝ ਜੋ ਰਸਤੇ ਧਰਤੀ ਦੇ ਨੀਚੇ ਬਣਾਏ ਜਾਂਦੇ ਉਹਨਾਂ ਨੂੰ ਆਪਾਂ ਸਬਵੇ ਜਾਂ ਫਿਰ ਅੰਡਰਪਾਥ ਕਹਿੰਦੇ ਹਾਂ, ਜਾਂ ਫਿਰ ਜਿਹੜੇ ਆਪਣੇ ਉੱਪਰ ਪੁਲ ਗੁਜ਼ਰਦੇ ਆ ਫਲਾਈਓਵਰ, ਠੀਕ ਹੈ, ਉਹਨਾਂ ਨੂੰ ਆਪਾਂ ਫਲਾਈਓਵਰ ਕਹਿੰਦੇ ਹਾਂ। ਨੈਕਸਟ ਚੱਲਦੇ ਹਾਂ ਆਪਾਂ ਰੇਲਵੇ ਦੇ ਵੱਲ। ਰੇਲਵੇ ਕੀ ਹੈ? ਰੇਲਵੇ ਮਤਲਬ railway carry heavy good and people over long distance quickly and cheaply। ਰੇਲਵੇ ਕੀ ਆ? ਰੇਲ ਗੱਡੀਆਂ ਦੇ ਥਰੂ ਆਪਾਂ ਇੱਕ ਤਾਂ ਬਹੁਤ ਜ਼ਿਆਦਾਤਰ ਸਵਾਰੀਆਂ ਲਿਜਾ ਸਕਦੇ ਹਾਂ, ਲੋਕਾਂ ਨੂੰ ਲਿਜਾ ਸਕਦੇ ਹਾਂ। ਦੂਸਰਾ, ਇੱਕ ਭਾਰੇ ਤੋਂ ਭਾਰਾ ਸਮਾਨ ਆਪਾਂ ਕੁਇਕਲੀ ਤੇਜ਼ੀ ਦੇ ਨਾਲ ਅਤੇ ਸਸਤੇ ਤਰੀਕੇ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲਿਜਾ ਸਕਦੇ ਹਾਂ। ਇਸ ਦੀ ਇਨਵੈਂਸ਼ਨ, ਇਸ ਦੀ ਖੋਜ ਕਦੋਂ ਹੋਈ ਸੀ? ਸਭ ਤੋਂ ਪਹਿਲਾਂ ਜੋ ਖੋਜਿਆ ਗਿਆ ਇੰਜਨ ਸਟੀਮ ਇੰਜਨ ਸੀਗਾ, ਭਾਫ਼ ਦੇ ਨਾਲ ਚੱਲਣ ਵਾਲਾ ਇੰਜਨ ਸੀਗਾ। ਇਸ ਤੋਂ ਜਿਸ ਨੇ ਇੰਡਸਟਰੀਅਲ ਰੈਵੋਲਿਊਸ਼ਨ, ਜਿਸ ਦੇ ਨਾਲ ਉਦਯੋਗਿਕ ਕ੍ਰਾਂਤੀ ਆ ਗਈ। ਇਸ ਤੋਂ ਬਾਅਦ ਹੌਲੀ ਹੌਲੀ ਚੀਜ਼ਾਂ ਡਿਵੈਲਪ ਹੁੰਦੀਆਂ ਗਈਆਂ। ਫਿਰ ਡੀਜ਼ਲ ਇੰਜਨ ਆ ਗਏ, ਫਿਰ ਇਲੈਕਟ੍ਰਿਕ ਇੰਜਨ ਆ ਗਏ, ਜਿਨ੍ਹਾਂ ਦੇ ਨਾਲ ਹੋਰ ਫਾਸਟ ਤਰੀਕੇ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਪਹੁੰਚਿਆ ਜਾ ਸਕਦਾ ਸੀ। ਅੱਜ ਕੱਲ੍ਹ ਆਪਾਂ ਸੁਣਦੇ ਹਾਂ ਇਨ ਪਲੇਸਿਸ ਸੁਪਰ ਫਾਸਟ ਟ੍ਰੇਨ, ਜਿਨ੍ਹਾਂ ਨੂੰ ਆਪਾਂ ਬੁਲਟ ਟ੍ਰੇਨ ਵੀ ਕਹਿੰਦੇ ਹਾਂ, ਉਹ ਵੀ ਬਣ ਚੁੱਕੀਆਂ ਨੇ। ਬਹੁਤ ਤੇਜ਼ੀ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਉਹ ਲੋਕਾਂ ਨੂੰ ਪਹੁੰਚਾ ਸਕਦੀਆਂ ਨੇ। ਠੀਕ ਹੈ ਬੇਟਾ। ਇਸ ਤੋਂ ਬਾਅਦ ਕੁਝ ਜਿਹੜੇ ਜ਼ਿਆਦਾਤਰ ਇੱਕ ਖਾਸੀਅਤ ਆ, ਜਿਹੜੇ ਰੇਲਵੇ ਲਾਈਨਸ ਨੇ ਆ ਜ਼ਿਆਦਾਤਰ ਪਲੇਨ ਏਰੀਏ ਦੇ ਵਿੱਚ ਹੀ ਵਿਛਾਈਆਂ ਜਾਂਦੀਆਂ ਨੇ। ਮਤਲਬ ਜਿਹੜਾ ਪੱਧਰ ਇਲਾਕੇ ਹੁੰਦੇ ਆ ਉਹਨਾਂ ਦੇ ਵਿੱਚ ਇਹ ਜ਼ਿਆਦਾਤਰ ਵਸਾਈਆਂ ਜਾਂਦੀਆਂ ਨੇ ਰੇਲਵੇ ਲਾਈਨਾਂ। ਠੀਕ ਹੈ, ਕਿਉਂਕਿ ਜਿਹੜੇ ਉੱਚੇ ਮਾਊਂਟੇਨ ਨੇ, ਪਹਾੜਾਂ ਦੇ ਉੱਪਰ ਰੇਲਵੇ ਲਾਈਨਾਂ ਵਿਛਾਉਣੀਆਂ ਕਾਫੀ ਮੁਸ਼ਕਿਲ ਹੁੰਦੀਆਂ ਨੇ। ਉਹਨਾਂ ਪਹਾੜੀਆਂ ਦੇ ਵਿੱਚ ਜ਼ਿਆਦਾਤਰ ਰੋਡਵੇ ਜਿਹੜੇ ਰਸਤੇ ਨੇ, ਸੜਕਾਂ ਨੇ, ਉਹੀ ਕੰਮ ਆਉਂਦੀਆਂ ਨੇ। ਅਤੇ ਇੰਡੀਅਨ ਰੇਲਵੇ ਨੈਟਵਰਕ ਇਜ਼ ਵੈਲ ਡਿਵੈਲਪਡ, ਇਟ ਇਜ਼ ਦਾ ਲਾਰਜੈਸਟ ਇਨ ਏਸ਼ੀਆ। ਇੰਡੀਅਨ ਜਿਹੜਾ ਰੇਲਵੇ ਸਿਸਟਮ ਆ, ਨੈਟਵਰਕ ਆ, ਕਾਫੀ ਵਧੀਆ ਡਿਵੈਲਪ ਹੋਇਆ ਹੈ ਅਤੇ ਇਹ ਏਸ਼ੀਆ ਦੇ ਵਿੱਚ ਸਭ ਤੋਂ ਲਾਰਜੈਸਟ ਨੈਟਵਰਕ ਮੰਨਿਆ ਜਾ ਸਕਦਾ ਹੈ। ਨੈਕਸਟ ਪੇਜ 'ਤੇ ਚੱਲਦੇ ਹਾਂ। ਡੂ ਯੂ ਨੋ ਦੇ ਵਿੱਚ ਇੱਕ ਇੱਥੇ ਟਰਾਂਸ ਸਾਈਬੇਰੀਅਨ ਰੇਲਵੇ ਇਜ਼ ਦਾ ਲੌਂਗੈਸਟ ਰੇਲਵੇ ਸਿਸਟਮ ਕਨੈਕਟਿੰਗ ਸੇਂਟ ਪੀਟਰਸਬਰਗ ਇਨ ਵੈਸਟਰਨ ਰਸ਼ੀਆ ਟੂ ਵਲਾਦੀਵੋਸਟੋਕ ਔਨ ਦਾ ਪੈਸੀਫਿਕ ਕੋਸਟ। ਦੇਖੋ ਇਸ ਦੇ ਵਿੱਚ ਇੱਕ ਮੈਪ ਹੈ, ਠੀਕ ਹੈ, ਜੋ ਕਿ ਟਰਾਂਸ ਸਾਈਬੇਰੀਅਨ ਰੇਲਵੇ ਦਾ ਮੈਪ ਹੈ, ਰਸ਼ੀਆ ਕੰਟਰੀ ਦਾ ਮੈਪ ਹੈ। ਇਸ ਦੇ ਵਿੱਚ ਕੀ ਆ, ਸੇਂਟ ਪੀਟਰਸਬਰਗ ਜਗ੍ਹਾ ਤੋਂ ਲੈ ਕੇ, ਠੀਕ ਹੈ, ਇੱਕ ਵਲਾਦੀਵੋਸਟੋਕ ਨਾਂ ਦੀ ਜਗ੍ਹਾ ਤੱਕ ਇਹ ਫੈਲਿਆ ਹੈ। ਦੁਨੀਆ ਦਾ ਸਭ ਤੋਂ ਲੰਬਾ ਇਸ ਨੂੰ ਰੇਲਵੇ ਸਿਸਟਮ ਕਹਿ ਸਕਦੇ ਹਾਂ, ਰੇਲਵੇ ਲਾਈਨ ਕਹਿ ਸਕਦੇ ਹਾਂ ਇਸ ਨੂੰ। ਠੀਕ ਹੈ ਬੇਟਾ। ਨੈਕਸਟ ਚੱਲ ਰਹੇ ਆਪਾਂ ਵਾਟਰਵੇ। ਠੀਕ ਹੈ, ਆਪਣੇ ਰੋਡਵੇ ਹੋ ਗਏ, ਰੇਲਵੇ ਹੋ ਗਿਆ। ਹੁਣ ਆਪਾਂ ਵਾਟਰਵੇ ਦੇ ਬਾਰੇ ਗੱਲ ਕਰਾਂਗੇ। ਵਾਟਰਵੇ ਦੇ ਵਿੱਚ ਕੀ ਆ? ਵਾਟਰਵੇ ਦਾ ਮਤਲਬ ਕੀ ਆ? ਜੋ ਆਪਾਂ ਪਾਣੀ ਦੇ ਰਸਤੇ, ਠੀਕ ਹੈ, ਪਾਣੀ ਦੇ ਵਿੱਚ ਕਿਸ਼ਤੀਆਂ, ਬੋਟ ਦੇ ਥਰੂ ਇੱਕ ਜਗ੍ਹਾ ਤੋਂ ਜਾਂ ਸ਼ਿਪ ਦੇ ਥਰੂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਪਹੁੰਚਦੇ, ਉਹਨੂੰ ਆਪਾਂ ਵਾਟਰਵੇ ਕਹਿੰਦੇ ਹਾਂ। ਇਸ ਦੇ ਵਿੱਚ ਵਾਟਰਵੇ 2 ਟਾਈਪਸ ਦੇ ਹੁੰਦੇ ਨੇ। ਠੀਕ ਹੈ, ਇੱਕ ਇਨਲੈਂਡ ਵਾਟਰਵੇ, ਦੂਸਰਾ ਸੀ ਰੂਟਸ। ਇਨਲੈਂਡ ਜਿਹੜਾ ਵਾਟਰਵੇ ਹੈ, ਇਸ ਦਾ ਮਤਲਬ ਕੀ ਆ? ਜਿਵੇਂ ਇੱਕ ਕੰਟਰੀ ਦੇ ਵਿੱਚ ਜੋ ਰਿਵਰ ਨੇ, ਲੇਕ ਨੇ, ਉਹਨਾਂ ਦੇ ਵਿੱਚ ਜੋ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਂਦੇ ਆ ਆਵਾਜਾਈ ਦੇ ਸਾਧਨ ਦੇ ਤੌਰ 'ਤੇ, ਕਿਸ਼ਤੀਆਂ, ਸ਼ਿਪ, ਬੋਟ ਵਗੈਰਾ ਯੂਜ਼ ਕਰਦੇ ਆ, ਉਸਨੂੰ ਆਪਾਂ ਇਨਲੈਂਡ ਵਾਟਰਵੇ ਕਹਿੰਦੇ ਹਾਂ। ਸੀ ਰੂਟ ਦੇ ਥਰੂ ਆਪਾਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਤੱਕ ਜਾ ਸਕਦੇ ਹਾਂ। ਨੈਵੀਗੇਬਲ ਰਿਵਰ ਐਂਡ ਲੇਕ ਆਰ ਯੂਜ਼ ਐਜ਼ ਇਨਲੈਂਡ ਵਾਟਰਵੇ। ਜਿਨ੍ਹਾਂ ਦਰਿਆਵਾਂ ਦੇ ਵਿੱਚ, ਰਿਵਰ ਦੇ ਵਿੱਚ ਆਪਾਂ ਕਿਸ਼ਤੀਆਂ ਜਾਂ ਬੋਟ ਜਾਂ ਹੋਰ ਕੋਈ ਸਾਧਨ ਯੂਜ਼ ਕਰ ਸਕਦੇ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾ ਸਕਦੇ ਹਾਂ। ਜਾਂ ਫਿਰ ਜਿਨ੍ਹਾਂ ਲੇਕਸ, ਝੀਲਾਂ ਦੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਆਪਾਂ ਜਾ ਸਕਦੇ ਹਾਂ, ਉਹਨਾਂ ਨੂੰ ਆਪਾਂ ਇਨਲੈਂਡ ਵਾਟਰਵੇ ਦੇ ਵਿੱਚ ਲੈ ਆਉਂਦੇ ਹਾਂ।
ये काफ़ी इंपॉर्टेंस रखते हैं। इंडिया के जिहड़ा गंगा ते ब्रह्मपुत्रा रिवर सिस्टम है, इन्हां दे विच वाटरवे सिस्टम बने हुए ने। अमेरिका, नॉर्थ अमेरिका दे विच ग्रेट लेक दे विच आवाजाही का इदा यूज़ करते हैं इसनूं आउण जाण दे लई। रिवर जिहड़ा नाइल आ अफ्रीका दे विच इसनूं भी इनलैंड वाटरवे के तौर पर वरतते हैं। सी रूट जो ने ਜਾਂ ओशियन के रूट ने, ठीक है, मोस्टली यूज फॉर ट्रांसपोर्टिंग मर्चेंडाइज एंड गुड्स फ्रॉम वन कंट्री टू अनदर। दीज रूट आर कनैक्टड विद द पोर्ट। देखो जिहड़े आह सागरां महासागरां दे रस्ते ने, ठीक है, इन्हां दे थ्रू आपां एक कंट्री तो दूसरी कंट्री नाल मिल सकते हैं। ज़्यादातर इन्हां नूं आपां व्यापार दे लई यूज़ करते हैं। ट्रांसपोर्टिंग जिहड़े व्यापार करते हैं इन्हां दे थ्रू आपां एक जगह तो दूसरी जगह या एक कंट्री तो दूसरी कंट्री तक आपां अपना समान मंगवा सकते हैं जां उत्थे भेज सकते हैं। ये सम जिहड़े जुड़े हुए ने सम इंपॉर्टेंट पोर्ट जिहड़ियां कुछ महत्वपूर्ण बंदरगाहां ने संसार दियां, उन्हां दे थ्रू जुड़े हुए हैं एक दूसरे आपां कंट्री दे नाल। इहदे विच है सिंगापुर, मुंबई इन एशिया दे विच सिंगापुर ते मुंबई दी जिहड़े पोर्ट्स ने बंदरगाहां ने काफ़ी इंपॉर्टेंस ने। न्यूयॉर्क, लॉस एंजलिस इन नॉर्थ अमेरिका, रियो दी जनेरियो इन साउथ अमेरिका, टर्बन एंड केप टाउन इन अफ्रीका, सिडनी इन ऑस्ट्रेलिया, लंडन एंड रॉटरडैम इन यूरोप। फिगर 7.11 कैन यू नेम सम मोर पोर्ट ऑफ द वर्ल्ड। देखो ये पोर्ट्स की ने, बंदरगाह की ने, जिमें आपां बस नूं पकड़न दे लई बस स्टैंड जां बस स्टॉप ते जाने, रेलवे ते जाण दे लई आपां रेलवे स्टेशन जाने आ। उस तरह जिहड़े शिप ने वड्डे वड्डे समुद्रां दे थ्रू, महासागरां दे थ्रू एक जगह तो दूसरी जगह तक आपां नूं पहुँचाउंदे आ जां अपना समान लैके आउंदे ने, ठीक है, व्यापारी लोग जां कंट्रीज एक कंट्री तो दूसरी कंट्री तक अपना समान बेचदियां खरीददियां ने। उन्हां दे जिथे आ शिप रुकदे ने, ठीक है, जो जिथे जाके आह अपना समान उत्थे उतारते आ जां लदते आ, उस चीज़ नूं उस जगह नूं पोर्ट कह दिंदे आ। जिहड़ियां इंपॉर्टेंस आपां पोर्ट्स देख लियां इत्थे संसार दे विच वर्ल्ड दियां किहड़ियां ने, इन्हां बारे तुसीं रीड कर चुके हो। जां कैन यू नेम सम मोर पोर्ट्स ऑफ वर्ल्ड। इस तो इलावा कुछ तुसीं होर भी इन्हां पोर्ट्स तो इलावा होर भी कई होर पोर्ट्स ने जिहड़ियां उन्हां दे भी तुसीं नाम याद कर सकते हो। नैक्सट है अपना एयरवेज़। एयरवे ਦਾ ਜਿਹੜਾ ਫਾਸਟੈਸਟ ਵੇ ਆ ਟਰਾਂਸਪੋਰਟ ਦਾ, ਠੀਕ ਹੈ, ਇਹ 20ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਹੀ ਡਿਵੈਲਪ ਹੋਇਆ ਸੀ। ਇਹ ਕਾਫੀ ਐਕਸਪੈਂਸਿਵ ਆ, ਕਾਸਟਲੀ ਹੈ, ਮਹਿੰਗਾ ਹੈ, ਕਿਉਂਕਿ ਹਾਈ ਕਾਸਟ ਆਫ ਫਿਊਲ। ਇਸ ਦਾ ਜਿਹੜਾ ਆਪਾਂ ਐਰੋਪਲੇਨ, ਹੈਲੀਕਾਪਟਰ ਲਈ ਫਿਊਲ ਯੂਜ਼ ਕਰਦੇ ਹਾਂ ਉਹ ਕਾਫੀ ਕਾਸਟਲੀ ਹੁੰਦਾ, ਤਾਂ ਕਰਕੇ ਇਹ ਮਹਿੰਗਾ। ਹਰ ਕੋਈ ਇਹਨਾਂ ਦੇ ਵਿੱਚ ਏਅਰਵੇ ਦੇ ਥਰੂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨਹੀਂ ਜਾ ਸਕਦਾ। ਇਸ ਦੀ ਇੱਕ ਖਾਸੀਅਤ ਆ ਏਅਰਵੇ ਦੀ, ਇਹ ਰਸਤੇ ਦੀ, ਇਹ ਕਿਤੇ ਵੀ ਆਪਾਂ ਆਸਾਨੀ ਦੇ ਨਾਲ ਆਪਾਂ ਨੂੰ ਪਹੁੰਚਾ ਸਕਦੇ ਜਿਹੜੀ ਜਗ੍ਹਾ 'ਤੇ ਰੇਲਵੇ ਜਾਂ ਵਾਟਰਵੇ ਜਾਂ ਫਿਰ ਰੋਡਵੇਜ਼ ਨਹੀਂ ਪਹੁੰਚਦੇ, ਠੀਕ ਹੈ। ਕਿਤੇ ਵੀ ਦੂਰ ਦੂਰ ਦੇ ਇਲਾਕਿਆਂ ਤੱਕ ਆਪਾਂ ਨੂੰ ਆਸਾਨੀ ਦੇ ਨਾਲ, ਤੇਜ਼ੀ ਦੇ ਨਾਲ ਪਹੁੰਚਾ ਸਕਦਾ। ਕਦੋਂ ਕੰਮ ਆਉਂਦੇ ਨੇ ਏਅਰਵੇ? ਜਦੋਂ ਵੀ ਕੋਈ ਆਪਣੇ ਡਿਜ਼ਾਸਟਰ ਹੋ ਜੇ ਕਿਤੇ, ਠੀਕ ਹੈ, ਫਲੱਡ ਆ ਜਾਣ, ਅਰਥਕੁਏਕ ਆ ਜੇ, ਠੀਕ ਹੈ, ਇੱਦਾਂ ਦੇ ਡੀਪ ਫੋਰੈਸਟ ਦਾ ਇਲਾਕੇ ਨੇ, ਉਹਨਾਂ ਦੇ ਵਿੱਚ ਵੀ ਆਪਾਂ ਐਰੋਪਲੇਨ, ਹੈਲੀਕਾਪਟਰ ਦੇ ਦੌਰਾਨ ਥਰੂ ਜਾ ਸਕਦੇ ਹਾਂ, ਠੀਕ ਹੈ। ਇਸ ਦੇ ਵਿੱਚ ਕੀ ਹੈ, ਇਹ ਮਹਿੰਗਾ ਹੈ। ਇਸ ਦੇ ਵਿੱਚ ਮਹਿੰਗਾਈ ਦੇ ਕਰਕੇ ਹੀ ਕੁਛ ਆਪਾਂ ਆਮ ਜਿਹੇ ਲੋਕ ਨੇ ਇਸ ਨੂੰ ਯੂਜ਼ ਨਹੀਂ ਕਰ ਸਕਦੇ। ਪਰ ਇਸ ਦੀਆਂ ਵੀ ਕੁਝ ਲਿਮੀਟੇਸ਼ਨ ਨੇ। ਮਤਲਬ ਕਿ ਜਦੋਂ ਕੋਈ ਵੈਦਰ, ਠੀਕ ਹੈ, ਕੋਈ ਵੈਦਰ ਖਰਾਬ ਹੋਵੇ, ਠੀਕ ਹੈ, ਸਟੋਰਮ, ਕੋਈ ਤੂਫਾਨ ਆਉਣਾ ਹੋਵੇ ਜਾਂ ਫੌਗ ਹੋਵੇ, ਠੀਕ ਹੈ, ਉਹ ਸਮੇਂ ਉਸ ਟਾਈਮ ਇਹ ਆਪਾਂ ਨੂੰ ਕਾਫੀ ਡਿਫੀਕਲਟੀਜ਼ ਆਉਂਦੀ ਆ ਏਅਰਵੇਜ਼ ਦੇ ਦੌਰਾਨ ਵੀ, ਠੀਕ ਹੈ, ਕਿਉਂਕਿ ਆਹ ਸਟੋਰਮ ਵਾਲੇ ਟਾਈਮ ਜਾਂ ਕੋਈ ਧੁੰਦ ਵਾਲਾ ਟਾਈਮ ਹੋਵੇ ਉਸ ਸਮੇਂ ਇਹ ਜ਼ਿਆਦਾਤਰ ਨਹੀਂ ਉੱਡ ਸਕਦੀਆਂ, ਉਡਾਨਾਂ ਰੱਦ ਕਰ ਦਿੰਦੇ ਆਪਣੇ, ਠੀਕ ਹੈ। ਇਸ ਤੋਂ ਇਲਾਵਾ ਕਈ ਵਾਰ ਜਿੱਥੇ ਕੋਈ ਡਿਜ਼ਾਸਟਰ ਆ ਜਾਂਦੇ ਨੇ, ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਹੜ੍ਹ ਆ ਗਏ, ਉਸ ਜਗ੍ਹਾ 'ਤੇ ਮੈਡੀਸਨ ਪਹੁੰਚਾਉਣਾ, ਠੀਕ ਹੈ, ਕਲੌਥ, ਫੂਡ, ਠੀਕ ਹੈ, ਇੱਦਾਂ ਸਾਰਾ ਕੁਛ ਪਹੁੰਚਾਉਣ ਦੇ ਲਈ ਇਹਨਾਂ ਦੀ ਆਪਾਂ ਵਰਤੋਂ ਕਰ ਸਕਦੇ ਹਾਂ। ਸਮ ਆਫ ਇੰਪੋਰਟੈਂਟ ਏਅਰਪੋਰਟ ਆਰ ਦਿੱਲੀ, ਮੁੰਬਈ, ਨਿਊਯਾਰਕ, ਲੰਡਨ, ਪੈਰਿਸ, ਫਰੈਂਕਫਰਟ ਐਂਡ ਕੈਰੋ, ਠੀਕ ਹੈ। ਫਿਗਰ 7.11 ਤੁਸੀਂ ਜਿਹੜੀਆਂ ਆਪਣੇ ਏਅਰਪੋਰਟ ਨੇ, ਇੰਪੋਰਟੈਂਸ ਨੇ, ਉਹਨਾਂ ਦੇ ਨਾਮ ਦਿੱਤੇ ਹੋਏ ਨੇ, ਠੀਕ ਹੈ, ਜਿੱਥੋਂ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਕੰਟਰੀ 'ਤੇ ਜਾਣ ਲਈ ਇਹਨਾਂ ਦੀ ਵਰਤੋਂ ਕਰ ਸਕਦੇ ਹਾਂ।
ਹੁਣ ਸਾਡਾ ਲਾਸਟ ਪੁਆਇੰਟ ਬਚਿਆ ਹੈ ਕਮਿਊਨੀਕੇਸ਼ਨ। ਕਮਿਊਨੀਕੇਸ਼ਨ ਦਾ ਮਤਲਬ ਕੀ, ਆਪਾਂ ਇੱਕ ਦੂਸਰੇ ਦੇ ਨਾਲ ਕੋਈ ਸੰਚਾਰ ਦੇ ਸਾਧਨਾਂ ਦੇ ਨਾਲ ਜੁੜੇ ਹੋਏ ਜਾਂ ਗੱਲਬਾਤ ਕਰ ਸਕੀਏ। ਠੀਕ ਹੈ, ਕਮਿਊਨੀਕੇਸ਼ਨ ਇਜ਼ ਦਾ ਪ੍ਰੋਸੈਸ ਆਫ ਕਨਵੇਇੰਗ ਮੈਸੇਜ ਟੂ ਅਦਰਸ। ਕਮਿਊਨੀਕੇਸ਼ਨ ਇੱਕ ਪ੍ਰੋਸੈਸ ਆ, ਇੱਕ ਕਿਰਿਆ ਜਿਸ ਦੇ ਦੁਆਰਾ ਅਸੀਂ ਆਪਣੇ ਮੈਸੇਜ, ਆਪਣੇ ਸੰਦੇਸ਼ਾਂ ਨੂੰ ਦੂਸਰਿਆਂ ਤੱਕ ਪਹੁੰਚਾ ਸਕਦੇ ਹਾਂ। ਕਮਿਊਨੀਕੇਸ਼ਨ ਨੇ ਕਾफ़ੀ ਤਰੱਕੀ ਕੀਤੀ ਹੈ। ਟੈਕਨੋਲੋਜੀ ਹਿਊਮਨ ਹੈਵ devised new and fast mode of communication. Figure 7.10 explain the evaluation of communication system। ठीक है, इसने काफ़ी तरक्की की है कम्यूनीकेशन ਦੇ ਵਿੱਚ। ਟੈਕਨੋਲੋਜੀ ਨੇ ਆਪਾਂ ਆਪਣੇ ਘਰ ਬੈਠੇ ਹੀ ਆਪਣੇ ਦੂਰ ਦੇ ਰਿਸ਼ਤੇਦਾਰਾਂ ਨੂੰ ਜਾਂ ਅਦਰ ਕੰਟਰੀ ਵਿੱਚ ਬੈਠੇ ਹੋਏ ਬਾਏ ਨੈੱਟ ਜਾਂ ਕਿਸੇ ਬਾਏ ਮੋਬਾਈਲ ਫੋਨ ਆਪਾਂ ਜੁੜ ਸਕਦੇ ਹਾਂ, ਅਟੈਚ ਹੋ ਸਕਦੇ ਹਾਂ। ਕਮਿਊਨੀਕੇਸ਼ਨ ਦੇ ਦੌਰਾਨ ਇਨਫੋਰਮੇਸ਼ਨ ਜੋ ਵੀ ਆਪਾਂ ਨੂੰ ਮਿਲਦੀ ਹੈ ਉਸਨੇ ਸੰਸਾਰ ਦੇ ਵਿੱਚ ਕ੍ਰਾਂਤੀ ਲਿਆਂਦੀ ਹੈ। ਠੀਕ ਹੈ, ਕਮਿਊਨੀਕੇਸ਼ਨ ਦੇ ਕਈ ਮੋਡਸ ਨੇ। ਡਿਫਰੈਂਟ ਮੋਡ ਆਫ ਕਮਿਊਨੀਕੇਸ਼ਨ ਆਰ ਯੂਜ਼ ਪ੍ਰੋਵਾਈਡ ਇਨਫੋਰਮੇਸ਼ਨ to education as well as entertain through newspaper, radio, television. We can communicate with a large number of people. They are therefore called mass media। देखो कम्यूनीकेशन ਦੇ ਕਈ ਮੋਡਸ ਨੇ, ਕਈ ਸਾਧਨ ਨੇ ਜਿਨ੍ਹਾਂ ਦੇ ਨਾਲ ਆਪਾਂ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਜੁੜ ਸਕਦੇ ਹਾਂ, ਅਟੈਚ ਹੋ ਸਕਦੇ ਹਾਂ। ਇਹਦੇ ਵਿੱਚ ਆਪਣੇ ਨਿਊਜ਼ਪੇਪਰ ਹੋ ਗਏ, ਠੀਕ ਹੈ, ਰੇਡੀਓ ਹੋ ਗਿਆ, ਟੈਲੀਵਿਜ਼ਨ ਹੋ ਗਿਆ, ਠੀਕ ਹੈ। ਇੱਦਾਂ ਦੇ ਜਿਹੜੇ ਮੋਡ ਆਫ ਕਮਿਊਨੀਕੇਸ਼ਨ ਨੇ ਇਹਨਾਂ ਸਾਰਿਆਂ ਨੂੰ ਆਪਾਂ ਮਾਸ ਮੀਡੀਆ ਦੇ ਅੰਡਰ ਲੈ ਆਉਂਦੇ। ਮਾਸ ਮੀਡੀਆ ਮਤਲਬ ਜਿਸ ਚੀਜ਼ ਦੇ ਨਾਲ, ਇੱਕ ਚੀਜ਼ ਦੇ ਨਾਲ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਲੋਕ ਜੁੜੇ ਹੋਣ। ਠੀਕ ਹੈ, ਜਿਵੇਂ ਕੋਈ ਇੱਕ TV ਸੀਰੀਅਲ ਚੱਲ ਰਿਹਾ, ਨਿਊਜ਼ ਚੱਲ ਰਹੀਆਂ ਨੇ TV ਦੇ ਵਿੱਚ, ਠੀਕ ਹੈ, ਉਹਨਾਂ ਨੇ ਇੱਕ ਵਾਰ ਬਣਾਤੀ ਉਹ, ਪਰ ਆਪਾਂ ਹਰ ਘਰ ਦੇ ਵਿੱਚ ਉਹ ਹਰ ਚੈਨਲ ਦੇ ਉੱਪਰ ਉਹ ਨਿਊਜ਼ ਚੱਲੇ, ਆਪਾਂ ਬਹੁਤ ਵੱਡੇ ਪੱਧਰ 'ਤੇ ਉਸ ਚੀਜ਼ ਦੇ ਨਾਲ ਲੋਕ ਜੁੜੇ ਹੋਣ, ਉਸ ਨੂੰ ਆਪਾਂ ਮਾਸ ਮੀਡੀਆ ਦੇ ਅੰਡਰ ਲੈ ਆਉਂਦੇ ਹਾਂ। ਕਮਿਊਨੀਕੇਸ਼ਨ ਦੇ ਫਾਸਟ ਹੋਣ ਦਾ ਕਾਰਨ ਕੀ ਹੈ? ਜਿਹੜੇ ਸੈਟੇਲਾਈਟਸ ਨੇ ਜਿਨ੍ਹਾਂ ਦੇ ਨਾਲ ਆਪਾਂ ਇੱਕ ਜਗ੍ਹਾ ਤੋਂ ਸੈਟੇਲਾਈਟ ਥਰੂ ਆਪਾਂ ਹਰ ਇੱਕ ਇਨਫੋਰਮੇਸ਼ਨ ਮਿਲ ਸਕਦੀ ਹੈ, ਚਾਹੇ ਕੋਈ ਆਇਲ ਐਕਸਪਲੋਰੇਸ਼ਨ ਹੋਵੇ, ਚਾਹੇ ਸਰਵੇ ਆਫ ਫੋਰੈਸਟ ਹੋਵੇ। ਠੀਕ ਹੈ, ਕੋਈ ਵੀ ਸਰਵੇ ਕਰਨਾ ਹੋਵੇ ਆਪਾਂ, ਅੰਡਰਗਰਾਊਂਡ ਵਾਟਰ, ਮਿਨਰਲਸ ਵੈਲਥ ਹੋਵੇ, ਵੈਦਰ ਫੋਰਕਾਸਟ, ਡਿਜ਼ਾਸਟਰ ਵਾਰਨਿੰਗ। ਠੀਕ ਹੈ, ਕੋਈ ਵੀ ਆਪਾਂ ਨੂੰ ਘਟਨਾ, ਜੋ ਕੋਈ ਵੀ ਇਨਫੋਰਮੇਸ਼ਨ ਆਪਾਂ ਨੂੰ ਸੈਟੇਲਾਈਟ ਦਿੰਦੇ ਨੇ। ਠੀਕ ਹੈ, ਇਸ ਦੇ ਨਾਲ ਹੀ ਨਾਓ ਵੀ ਕੈਨ ਸੈਂਡ ਇਲੈਕਟ੍ਰੋਨਿਕਸ ਮੇਲ, ਜਿਹਨੂੰ ਆਪਾਂ ਈਮੇਲਸ ਕਹਿੰਦੇ ਹਾਂ, ਇੰਟਰਨੈਟ ਦੇ ਥਰੂ ਭੇਜ ਸਕਦੇ ਹਾਂ। ਠੀਕ ਹੈ, ਵਾਇਰਲੈਸ ਟੈਲੀਫੋਨਿਕ ਕਮਿਊਨੀਕੇਸ਼ਨ, ਜਿਹੜੇ ਕਿ ਆਪਣੇ ਮੋਬਾਈਲ ਫੋਨ ਨੇ ਬਿਨਾਂ ਤਾਰਾਂ ਤੋਂ, ਠੀਕ ਹੈ, ਉਹਨਾਂ ਦੇ ਥਰੂ ਵੀ ਆਪਾਂ ਇੱਕ ਦੂਸਰੇ ਨਾਲ ਜੁੜੇ ਹੋਏ ਹਾਂ, ਦੂਰ ਦੂਰ ਬੈਠੇ ਪਰਸਨ ਦੇ ਨਾਲ ਜੁੜੇ ਹੋਏ ਹਾਂ। ਇਹ ਚੀਜ਼ਾਂ ਅੱਜ ਕੱਲ੍ਹ ਕਾफ़ੀ ਪੋਪੂਲਰ ਨੇ ਅੱਜ ਦੇ ਸਮੇਂ ਵਿੱਚ। ਇੰਟਰਨੈਟ not only provide us with worldwide information and interaction but has also made our lives more comfortable. Now we can reserve ticket for railway, airway and even cinema and hotels sitting at home. With this kind of interconnectivity of people, services, institutions across the world, we are a large global society। ਇਸ ਦੇ ਨਾਲ ਇੰਟਰਨੈਟ ਦੇ ਨਾਲ ਕੀ ਆ, ਆਪਾਂ ਨੂੰ ਹੋਰ ਕਈ ਫੈਸਿਲਿਟੀਜ਼ ਮਿਲਦੀਆਂ ਨੇ, ਪ੍ਰੋਵਾਈਡ ਕਰਦਾ ਹੈ ਇੰਟਰਨੈਟ। ਆਪਾਂ ਘਰ ਬੈਠੇ ਹੀ ਆਪਣੀਆਂ ਟਿਕਟ ਰਿਜ਼ਰਵ ਕਰਵਾ ਸਕਦੇ ਹਾਂ, ਏਅਰਵੇਜ਼ ਦੇ ਲਈ, ਰੇਲਵੇਜ਼ ਲਈ ਜਾਂ ਸਿਨੇਮਾ ਹਾਲ ਦੇ ਲਈ। ਠੀਕ ਆ, ਘਰ ਬੈਠ ਕੇ ਹੀ ਆਪਾਂ ਨੂੰ ਇਹ ਸਾਰੀਆਂ ਸਹੂਲਤਾਂ ਜਾਂ ਫੈਸਿਲਿਟੀਜ਼ ਮਿਲ ਸਕਦੀਆਂ ਨੇ। ਇਸ ਤਰ੍ਹਾਂ ਆਪਾਂ ਕਹਿ ਸਕਦੇ ਵੀ ਜਿਹੜੀ ਕਮਿਊਨੀਕੇਸ਼ਨ ਦੇ ਸਾਧਨ ਨੇ ਸਾਡੇ ਲਈ, ਹਿਊਮਨ ਬੀਇੰਗ ਦੇ ਲਈ ਕਾफ़ੀ ਲਾਭਦਾਇਕ ਨੇ। ਨੈਕਸਟ ਆਪਣੇ ਕੁਐਸਚਨ ਨੇ ਉਹ ਤੁਹਾਨੂੰ ਮੈਂ ਰਿਟਨ ਫਾਰਮ ਦੇ ਵਿੱਚ ਸੈਂਡ ਕਰ ਦਾਂਗਾ। ਕੁਛ ਬੁੱਕ ਵਰਕ ਹੈ, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਟਿਕ ਦਾ ਕਰੈਕਟ ਆਨਸਰ ਦੇ ਵਿੱਚ ਵਿਚ ਇਜ਼ ਨਾਟ ਆ ਮੀਨ ਆਫ ਕਮਿਊਨੀਕੇਸ਼ਨ। ਕਮਿਊਨੀਕੇਸ਼ਨ ਦਾ ਜੋ ਸਾਧਨ ਨਹੀਂ ਹੈ ਉਹਦੇ ਵਿੱਚ ਕੀ ਆ ਗਿਆ, ਟੇਬਲ ਨਹੀਂ ਹੈ। ਠੀਕ ਹੈ, ਕਿਉਂਕਿ ਟੈਲੀਫੋਨ ਵੀ ਕਮਿਊਨੀਕੇਸ਼ਨ ਦੇ ਸਾਧਨ ਦੇ ਵਿੱਚ ਆ ਜਾਂਦਾ, ਬੁੱਕਸ ਵੀ ਆ ਸਕਦੇ ਨੇ। ਵਿਚ ਟਾਈਪ ਆਫ ਰੋਡ ਇਜ਼ ਕੰਸਟਰਕਟਡ ਅੰਡਰ ਦਾ ਗਰਾਊਂਡ। ਜੋ ਵੀ ਜਿਹੜਾ ਰੋਡ ਆ, ਸੜਕ ਹੈ ਜੋ ਧਰਤੀ ਦੇ ਨੀਚੇ, ਗਰਾਊਂਡ ਦੇ ਨੀਚੇ ਬਣਾਇਆ ਜਾਂਦਾ, ਉਸਨੂੰ ਕੀ ਕਹਿੰਦੇ ਹਾਂ ਆਪਾਂ, ਸਬਵੇ ਕਹਿੰਦੇ ਹਾਂ। ਉਸਨੂੰ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਅੰਡਰਪਾਥ ਵੀ ਕਹਿ ਸਕਦੇ ਹਾਂ ਅਤੇ ਸਬਵੇ ਵੀ ਕਹਿ ਸਕਦੇ ਹਾਂ। ਵਿਚ ਮੋਡ ਆਫ ਟਰਾਂਸਪੋਰਟ ਇਜ਼ ਮੋਸਟ ਸੂਟੇਬਲ ਟੂ ਰੀਚ ਐਨ ਇਜ਼ਲੈਂਡ ਜਾਂ ਆਈਲੈਂਡ। ਆਈਲੈਂਡ ਦੇ ਲਈ ਪਹੁੰਚਣ ਦੇ ਲਈ ਆਪਾਂ ਨੂੰ ਕਿਹੜਾ ਜ਼ਿਆਦਾ ਸੂਟੇਬਲ ਸਾਧਨ ਰਹੇਗਾ? ਟ੍ਰੇਨ ਵੀ ਆਈਲੈਂਡ ਨਹੀਂ ਜਾ ਸਕਦੀ, ਕਾਰ ਵੀ ਨਹੀਂ ਜਾ ਸਕਦੀ, ਆਪਾਂ ਸ਼ਿਪ ਦੇ ਥਰੂ ਪਹੁੰਚ ਸਕਦੇ ਹਾਂ ਆਈਲੈਂਡ ਦੇ ਲਈ, ਜੋ ਕਿ ਸਮੁੰਦਰ ਦੇ ਵਿੱਚ ਹੋ ਸਕਦਾ। ਵਿਚ ਵਹੀਕਲ ਡਜ਼ ਨਾਟ ਪੋਲਿਊਟ ਦਾ ਇਨਵਾਇਰਮੈਂਟ। ਜਿਹੜਾ ਸਾਧਨ ਆ ਉਹ ਪੋਲਿਊਟ ਨਹੀਂ ਕਰਦਾ ਇਨਵਾਇਰਮੈਂਟ ਨੂੰ। ਬੱਸ ਵੀ ਪੋਲਿਊਸ਼ਨ ਕਰਦੀ ਨੇ, ਐਰੋਪਲੇਨ ਵੀ ਕਰਦੇ ਨੇ, ਸਾਈਕਲ ਨਹੀਂ ਕਰਦਾ। ਠੀਕ ਹੈ, ਇਸ ਤੋਂ ਬਾਅਦ ਆਪਣੀ ਨੈਕਸਟ ਹੈ ਮੈਚ ਦਾ ਫੋਲੋਇੰਗ ਦੇ ਵਿੱਚ ਤੁਸੀਂ ਮੈਚ ਦੇ ਕਾਲਮ ਕਰਨੇ ਨੇ।
इस दे विच पहला इंटरनेट नूं देखो किस दे नाल जोड़ांगे, मीन ऑफ कम्यूनीकेशन, ठीक है। इसका आएगा ई दे नाल कैनल रूट जिहड़े हैगे ने किहड़े ने उहदे विच आएगे, मतलब एक जगह तो दूसरी जगह ते आपां कैनल रूट दे राहीं पहुँच सकते हैं। इस दे विच आएगा इनलैंड वाटरवे दे, ठीक है। ਜਿਹੜੀਆਂ ਨਹਿਰਾਂ ਨੇ ਉਹ ਇਨਲੈਂਡ ਵਾਟਰਵੇ ਦੇ ਅੰਡਰ ਆਉਂਦੇ। ਅਰਬਨ ਏਰੀਆ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਅਰਬਨ ਏਰੀਆ ਕੀ ਆ, ਜਿੱਥੇ ਕੀ ਆ ਏਰੀਆ ਵੇਅਰ ਪੀਪਲ ਆਰ ਇੰਗੇਜ ਇਨ ਮੈਨੂਫੈਕਚਰਿੰਗ ਟ੍ਰੇਡ ਐਂਡ ਸਰਵਿਸਿਜ਼, ਇਹ ਆ ਜਾਏਗਾ ਅਰਬਨ ਏਰੀਆ ਦੇ ਵਿੱਚ। ਐਂਡ ਲਾਸਟ ਬਚਿਆ ਹੈ ਆਪਣਾ ਕੰਪੈਕਟ ਸੈਟਲਮੈਂਟ, ਠੀਕ ਹੈ। ਇਸ ਦੇ ਵਿੱਚ ਆਪਾਂ ਕਲੋਜ਼ਲੀ ਬਿਲਟ ਏਰੀਆ ਇਨ ਹਾਊਸਿਸ, ਜਿਹੜੇ ਘਰ ਨੇੜੇ ਨੇੜੇ ਵਸੇ ਹੋਣ ਉਹਨਾਂ ਨੂੰ ਆਪਾਂ ਕੰਪੈਕਟ ਸੈਟਲਮੈਂਟ ਦੇ ਵਿੱਚ ਲੈਂਦੇ ਹਾਂ। ਓਕੇ ਐਵਰੀਵਨ, ਆਪਣਾ ਲੈਸਨ ਕੰਪਲੀਟ ਹੋ ਗਿਆ ਅੱਜ ਦਾ। ਆਈ ਹੋਪ ਤੁਹਾਨੂੰ ਇਹ ਲੈਸਨ ਚੰਗੀ ਤਰ੍ਹਾਂ ਸਮਝ ਆਇਆ ਹੋਵੇ, ਅਤੇ ਨੈਕਸਟ ਟਾਈਮ ਆਪਾਂ ਇਸ ਤੋਂ ਵੀ ਵਧੀਆ ਹੋਰ ਕੋਸ਼ਿਸ਼ ਕਰਾਂਗੇ। ਥੈਂਕਸ।